ਪਿਓਰ ਪੰਜਾਬ YouTube ਚੈਨਲ ਦੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੀ ਤਰਫੋਂ ਮੇਰੀ ਟੀਮ ਦੀ ਤਰਫੋਂ ਬਹੁਤ ਸਾਰਾ ਪਿਆਰ, ਬਹੁਤ ਸਾਰੀਆਂ ਖੁਸ਼ੀਆਂ ਔਰ अस्सलाम वालेकुम। ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵਾ ਕਿ ਅਸੀਂ ਪਾਰਟੀਸ਼ਨ ਪੰਜਾਬ ਦੇ ਸਟੋਰੀਆਂ ਜਿਹੜੀਆਂ ਕਿ ਪੇਸ਼ ਕਰਦੇ ਰਹਿੰਦੇ ਹਾਂ। ਅੱਜ ਵੀ ਸਾਡੇ ਨਾਲ ਇੱਕ ਐਸੇ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਦੀ ਇਸ ਟਾਈਮ ਉਮਰ 86 ਸਾਲ ਹੈ। ਉਹ ਪਾਰਟੀਸ਼ਨ ਪੰਜਾਬ ਵੇਲੇ ਤਕਰੀਬਨ 5-6 ਸਾਲ ਦੇ ਸੀ। ਬਹੁਤ ਘੱਟ ਬਜ਼ੁਰਗ ਉਂਗਲਾਂ 'ਤੇ ਗਿਣਨ ਵਾਲੇ ਮੌਜੂਦ ਨੇ ਜਿਹੜੇ ਕਿ 78 ਵਰ੍ਹਿਆਂ ਬਾਅਦ ਵੀ ਇਹ ਗੱਲਾਂ ਆਪਣੇ ਦਿਮਾਗ ਦੇ ਵਿੱਚ ਉਸੇ ਤਰ੍ਹਾਂ ਹੀ ਲਈ ਫਿਰਦੇ ਜਿਹੜੇ ਕਿ ਵੇਲੇ ਉਹਨਾਂ ਦੇ ਨਾਲ ਬੀਤੀਆਂ। ਆਓ ਐਸੇ ਬਜ਼ੁਰਗਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਉਹ ਪੁਰਾਣੇ ਵਿਛੋੜੇ, ਬਚਪਨ ਦੀਆਂ ਯਾਦਾਂ ਕਿ ਕੀ ਉਹਨਾਂ ਦੇ ਨਾਲ ਬੀਤਿਆ ਜਦੋਂ ਪਾਕਿਸਤਾਨ ਔਰ ਹਿੰਦੁਸਤਾਨ ਅਲੱਗ ਹੋਇਆ। ਆਓ ਮੁਹੰਮਦ ਨਵਾਜ਼ ਬਜ਼ੁਰਗਾਂ ਦੇ ਨਾਲ ਗੁਫ਼ਤਗੂ ਕਰਦੇ ਹਾਂ, ਉਹਨਾਂ ਕੋਲੋਂ ਪੁੱਛਦੇ ਹਾਂ ਕਿ ਬਜ਼ੁਰਗੋ ਤੁਹਾਡੇ ਨਾਲ ਕੀ ਉਸ ਵੇਲੇ ਬੀਤਿਆ, ਕੀ ਮੁਸੀਬਤਾਂ ਤੁਹਾਡੇ 'ਤੇ ਆਈਆਂ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਅਲੱਗ ਹੋਇਆ। ਇਹਨਾਂ ਨਾਲ ਆਓ ਗੱਲਬਾਤ ਕਰਦੇ ਹਾਂ। अस्सलाम वालेकुम बाबा जी। वालेकुम सलाम। की नाम है तुहाडा जी? मोहम्मद नवाज। अच्छा, इलाका केड़ा अपना जिथे हुण आपां रहिंदे आ? आरफल दा इलाका। ਚੱਕ ਕਿਹੜਾ ਜੀ? 205। 205 ਵੀ। ਅੱਛਾ ਬਜ਼ੁਰਗੋ, ਤੁਸੀਂ ਇਹ ਦੱਸੋ ਕਿ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਵੰਡ ਹੋਈ ਆ, ਪਾਰਟੀਸ਼ਨ ਹੋਈ ਆ, ਅਤੇ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਥੋੜੀ ਜਿਹੀ 4-5 ਸਾਲ। 4-5 ਸਾਲ ਸੀ। ਅੱਛਾ, ਤੁਹਾਨੂੰ ਕੋਈ ਉਸ ਵੇਲੇ ਦੀ ਕੋਈ ਗੱਲਬਾਤ ਤੁਹਾਨੂੰ ਯਾਦ ਆ ਜਿਹੜੀ ਉਹ ਤੁਹਾਡੇ ਕੋਲੋਂ ਮੈਂ ਪੁੱਛਣੀ ਆ। ਇਹ ਪਹਿਲਾਂ ਦੱਸੋ ਕਿ ਤੁਹਾਡਾ ਉੱਥੇ ਪਿੰਡ ਕਿਹੜਾ ਸੀ? ਫੈਜ਼ਪੁਰਾ। ਫੈਜ਼ਪੁਰਾ, ਸਹੀ ਆ। ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਗੁਰਦਾਸਪੁਰ। ਗੁਰਦਾਸਪੁਰ, ਠੀਕ ਹੋ ਗਿਆ। ਅੱਛਾ, ਜ਼ਿਲ੍ਹਾ ਗੁਰਦਾਸਪੁਰ ਅਤੇ ਪਿੰਡ ਫੈਜ਼ਪੁਰਾ, ਤਹਿਸੀਲ ਬਟਾਲਾ। ਤਹਿਸੀਲ ਬਟਾਲਾ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਇਹ ਗੱਲ ਦੱਸੋ ਤੁਸੀਂ ਕਿ ਉਸ ਵੇਲੇ ਜਦੋਂ 5-6 ਸਾਲ ਦੀ ਉਮਰ ਸੀ ਅਤੇ ਇਹ ਪਾਰਟੀਸ਼ਨ ਹੋ ਗਈ ਅਤੇ ਤੁਹਾਨੂੰ ਕਿਵੇਂ ਪਤਾ ਲੱਗਾ? ਕਿਵੇਂ ਛੋਟੇ ਜਿਹੇ ਸੀ ਉਸ ਵੇਲੇ, ਬੱਚੇ ਨੂੰ ਸਮਝ ਤਾਂ ਨਹੀਂ ਹੁੰਦੀ, ਲੇਕਿਨ ਇਹ ਤੁਹਾਨੂੰ ਕੋਈ ਗੱਲਾਂ ਯਾਦ ਆ ਉਸ ਵੇਲੇ ਕਿ ਕੀ ਹੋਇਆ ਸੀ, ਕਿਵੇਂ ਹੋਇਆ ਸੀ? ਤੁਹਾਡੇ ਕੋਈ ਅੱਬਾ ਜੀ ਦੱਸਦੇ ਹੋਣਗੇ, ਸਾਰੀ ਤਫਸੀਲ ਨਾਲ ਦੱਸੋ। ਬਸ ਉਦੋਂ ਰੌਲਾ ਪੈ ਗਿਆ। ਅੱਛਾ ਜੀ। ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਹੋ ਗਈ। ਅੱਛਾ ਜੀ। ਅਤੇ ਸਾਨੂੰ ਫਿਰ ਉੱਥੋਂ ਕੱਢ ਦਿੱਤਾ ਗਿਆ। ਅੱਛਾ। ਅਸੀਂ ਫਿਰ ਆ ਗਏ। ਅੱਛਾ। ਅਤੇ ਇਹ ਸਿੱਖ ਸਾਡੇ ਨਾਲ ਲੜਦੇ ਸੀ ਬੜੇ। ਅੱਛਾ, ਉਸ ਵੇਲੇ ਕੋਈ ਕਤਲੋ ਗਾਰਤ ਵੀ ਹੋਈ? ਇਹ ਵੀ ਤੁਹਾਡੀ ਅੱਖਾਂ ਦੇ ਤੁਹਾਡੇ ਵਾਲਦ ਸਾਹਿਬ, ਤੁਸੀਂ ਛੋਟੇ ਸੀ, ਤੁਹਾਡੇ ਵਾਲਦ ਸਾਹਿਬ ਕੋਈ ਦੱਸਦੇ ਕੋਈ ਕਤਲੋ ਗਾਰਤ ਕਿਵੇਂ ਵੰਡ ਘੱਟ ਹੋਈ? ਅੱਛਾ, ਅਤੇ ਤੁਹਾਡੇ ਵਾਲਦ ਸਾਹਿਬ ਕਿੰਨੇ ਭਾਈ ਸੀ? ਇਕੱਲਾ ਹੀ। ਕੀ ਨਾਮ ਉਹਨਾਂ ਦਾ ਸੀ? ਨਜ਼ੀਰ ਅਹਿਮਦ। ਨਜ਼ੀਰ ਅਹਿਮਦ, ਠੀਕ ਹੋ ਗਿਆ। ਅੱਛਾ, ਵਾਲਦ ਦਾ ਨਾਮ ਫੱਜਾ। ਹਾਂਜੀ, ਵਾਲਦ ਦਾ ਨਾਮ ਫੱਜਾ। ਅੱਛਾ, ਨਜ਼ੀਰ ਅਹਿਮਦ ਦੇ ਵਾਲਦ ਸਾਹਿਬ ਦਾ ਨਾਮ ਫੱਜਾ ਸੀ। ਠੀਕ। ਅੱਛਾ, ਜਿਹੜੇ ਚੱਕ 'ਚ ਤੁਸੀਂ ਰਹਿੰਦੇ ਸੀ ਉਸ ਚੱਕ ਦੇ ਵਿੱਚ ਕੋਈ ਸਿੱਖ, ਈਸਾਈ, ਮੁਸਲਮਾਨ ਕਿੰਨੇ ਘਰ ਵਸਦੇ ਸੀ ਉੱਥੇ? ਕੋਈ ਦੱਸਿਆ? ਵਾਲਦ ਸਾਹਿਬ ਨੇ ਦੱਸਿਆ? ਇਸ ਗੱਲ ਦਾ ਨਹੀਂ ਪਤਾ। ਅੱਛਾ ਜੀ, ਉਹ ਛੋਟੇ ਸੀ ਨਾ ਬਜ਼ੁਰਗੋ, ਤੁਹਾਨੂੰ ਪਤਾ ਨਹੀਂ ਸੀ ਲੇਕਿਨ। ਅੱਛਾ, ਅਤੇ ਤੁਸੀਂ ਇਹ ਗੱਲ ਦੱਸੋ ਕਿ ਤੁਹਾਡੇ ਵਾਲਦ ਸਾਹਿਬ ਨੇ ਦੱਸਿਆ ਹੀ ਹੋਊਗਾ ਕਿ ਉਸ ਵੇਲੇ ਜਦੋਂ ਇਹ ਪਾਰਟੀਸ਼ਨ ਹੋਈ ਆ, ਉੱਧਰੋਂ ਇੱਧਰ ਆਏ ਆ, ਇੰਡੀਆ 'ਚੋਂ ਪਾਕਿਸਤਾਨ ਦੇ ਵਿੱਚ ਆਏ ਆ, ਅਤੇ ਕੀ ਮੁਸੀਬਤਾਂ ਪਈਆਂ, ਕਿਵੇਂ ਤੁਸੀਂ ਮੁਸ਼ਕਿਲਾਤ ਨਾਲ ਇੱਧਰ ਆਏ ਆ? ਸਿੱਖ ਮਾਰੀ ਜਾਂਦੇ ਸੀ ਵੱਡੀ। ਅੱਛਾ। ਅਤੇ ਔਰਤਾਂ ਜਿਹੜੀਆਂ ਨੇ ਉਹ ਦਰਿਆ ਦੇ ਵਿੱਚ ਬੱਚੇ ਸੁੱਟ ਕੇ ਤੁਰੀਆਂ। ਅੱਛਾ ਜੀ। ਇਹ ਮੁਸਲਮਾਨ ਔਰਤਾਂ ਦੀ ਗੱਲ ਦੱਸਦੇ ਕਿ ਦਰਿਆ ਦੇ ਵਿੱਚ ਬੱਚੇ ਸਿੱਟ ਕੇ ਤੁਰੇ। ਕੋਈ ਇਹ ਗੱਲ ਦੱਸੋ ਕਿ ਜਦੋਂ ਤੁਸੀਂ ਹਿੰਦੁਸਤਾਨ 'ਚੋਂ ਪਾਕਿਸਤਾਨ ਦੇ ਵਿੱਚ ਆਏ ਆ, ਪਹਿਲੋਂ ਆ ਕੇ ਕਿੱਥੇ ਤੁਸੀਂ ਆ ਕੇ ਬੈਠੇ? ਕਿਹੜੇ ਸ਼ਹਿਰ ਦੇ ਵਿੱਚ ਜਾਂ ਪਿੰਡ ਵਿੱਚ ਬੈਠੇ ਸੀ? ਪਿੰਡ ਇੱਥੇ ਜੀ ਬੈਠੇ। ਅੱਛਾ, ਚੱਕ ਨੰਬਰ 205 ਦੇ ਵਿੱਚ ਇਹੀ ਘਰ ਸੀ ਤੁਹਾਡਾ? ਠੀਕ ਹੋ ਗਿਆ ਬਜ਼ੁਰਗੋ, ਇਹੀ ਘਰ ਸੀ ਤੁਹਾਡਾ। ਅੱਛਾ, ਅਤੇ ਉਸ ਵੇਲੇ ਇਹ ਰੜਾ ਮੈਦਾਨ ਸੀ ਜਾਂ ਕੀ ਕੋਈ? ਰੜਾ ਮੈਦਾਨ ਸੀ। ਅੱਛਾ, ਇਸ ਜਗ੍ਹਾ 'ਤੇ ਜਿੱਥੇ ਇੱਟਾਂ ਪਈਆਂ ਇੱਥੇ ਇੱਕ ਕੋਠਾ ਹੁੰਦਾ ਸੀ। ਠੀਕ ਹੋ ਗਿਆ। ਉਸ ਤੋਂ ਬਾਅਦ ਤੁਸੀਂ ਇਹ ਦੂਸਰੇ ਕੋਠੇ ਬਾਅਦ ਵਿੱਚ ਪਾਏ ਆ। ਅੱਛਾ, ਅਤੇ ਉਸ ਵੇਲੇ ਫਿਰ ਅੱਛਾ ਬਜ਼ੁਰਗੋ, ਹੁਣ ਤੁਹਾਨੂੰ ਇਹ ਦੱਸੋ ਤੁਸੀਂ ਕਿ ਤੁਹਾਡੀ ਜ਼ਮੀਨ ਕਿੰਨੀ ਆ?
ਜ਼ਮੀਨ ਹੈ ਸੀ ਅੱਧਾ ਮਰਬਾ। ਅੱਛਾ, ਅੱਧਾ ਮਰਬਾ। ਇਹ ਜ਼ਮੀਨਾਂ ਤੁਹਾਨੂੰ ਇੱਧਰ ਆ ਕੇ ਕਿਵੇਂ ਮਿਲੀਆਂ? ਮਸਲਨ ਕਿ ਉੱਥੇ ਤੁਹਾਡੀ ਜਿਹੜੀ ਜਾਇਦਾਦ, ਕੋਈ ਡੰਗਰ ਜਾਂ ਸੋਨਾ ਜ਼ੇਵਰਾਤ ਤੁਸੀਂ ਛੱਡ ਕੇ ਆਏ ਸੀ, ਕੋਈ ਯਾਦ ਆ? ਉੱਥੇ ਰਹਿ ਗਈ। ਉੱਥੇ ਰਹਿ ਗਿਆ। ਅੱਛਾ, ਫਿਰ ਜ਼ਮੀਨ ਆ ਗਈ ਮਗਰ। ਕੀ ਚੀਜ਼ ਸੀ? ਜ਼ਮੀਨ ਮਗਰ ਆ ਗਈ। ਅੱਛਾ ਅੱਛਾ, ਜ਼ਮੀਨ ਤੁਹਾਨੂੰ ਜਿਹੜੀ ਉੱਥੋਂ ਦੀ ਜਿੰਨੀ ਤੁਹਾਡੀ ਜ਼ਮੀਨ ਸੀ ਉਹ ਇੱਥੇ ਮਿਲ ਗਈ। ਇੱਥੇ ਮਿਲ ਗਈ। ਅੱਛਾ ਅੱਛਾ, ਅੱਧਾ ਮਰਬਾ ਤੁਹਾਨੂੰ ਇੱਥੇ ਮਿਲ ਗਿਆ। ਠੀਕ ਹੋ ਗਿਆ। ਅਤੇ ਉਸ ਤੋਂ ਜਿਹੜੀ ਕੋਈ ਸੋਨਾ ਜ਼ੇਵਰਾਤ ਜਿਵੇਂ ਦੀਆਂ ਚੀਜ਼ਾਂ ਜਿਹੜੀਆਂ ਉਸ ਟਾਈਮ ਮੌਜੂਦ ਸੀ ਉਹ ਤਾਂ ਉੱਥੇ ਹੀ ਰਹਿ ਗਈਆਂ। ਉੱਥੇ ਅਤੇ ਦੁਬਾਰਾ ਤੁਹਾਡੇ ਕੋਈ ਰਾਬਤਾ ਹੋਇਆ ਉੱਥੋਂ ਨਹੀਂ ਕੋਈ ਕਿਸੇ ਦੇ ਨਾਲ? ਅੱਛਾ, ਕਿਸੇ ਦੇ ਨਾਲ ਰਾਬਤਾ ਨਹੀਂ ਹੋਇਆ। ਜਦੋਂ ਤੁਸੀਂ ਇੱਥੇ ਪਾਕਿਸਤਾਨ ਦੇ ਵਿੱਚ ਆਏ ਆ, ਹਿੰਦੁਸਤਾਨ ਛੁੱਟ ਕੇ, ਇੱਥੇ ਬਿਜਲੀ ਦਾ ਕੀ ਨਿਜ਼ਾਮ ਸੀ? ਬਿਜਲੀ ਹੈ ਸੀ? ਨਹੀਂ। ਅੱਛਾ, ਬਿਜਲੀ ਕੋਈ ਨਹੀਂ ਸੀ ਹੈ। ਅਤੇ ਫਿਰ ਇਹ ਉਵੇਂ ਹੀ ਬੰਦੇ ਜਿਵੇਂ ਰੜਿਆਂ 'ਤੇ ਬੈਠੇ, ਕੋਈ ਬਿਜਲੀ ਦਾ ਨਿਜ਼ਾਮ ਨਹੀਂ ਹੈ। ਪਾਣੀ ਦਾ ਕੀ ਇੰਤਜ਼ਾਮ ਸੀ? ਕਿੱਥੋਂ ਲਿਆਉਂਦੇ ਸੀ ਪਾਣੀ ਤੁਸੀਂ? ਪਾਣੀ ਦਾ ਖੂਹ ਸੀ ਚੌਕ। ਅੱਛਾ, ਚੌਕ ਦੇ ਵਿੱਚ ਖੂਹ ਸੀ। ਉਹ ਚੱਲਦਾ ਹੁੰਦਾ। ਅੱਛਾ, ਉਹ ਦੱਸੋ ਕਿਵੇਂ ਬੰਦੇ ਲੈ ਕੇ ਆਉਂਦੇ ਸੀ? ਮਤਲਬ ਉਹ ਮਾਈਆਂ ਲਿਆਉਂਦੀਆਂ ਸੀ ਬੰਦੇ? ਉਹ ਜਨਾਬ ਚੱਕੇ ਜਿਹੜੇ ਨਾ ਅੱਛਾ ਮਾਛੀ, ਅੱਛਾ, ਮਾਝੀ। ਉਹ ਖੂਹ ਜੋੜਦੇ ਸੀ। ਅੱਛਾ ਉਹਨਾਂ ਨੇ ਰੱਖਿਆ ਹੈ ਮਾਲ। ਅੱਛਾ ਉਹ ਖੂਹ ਜੋੜਦੇ ਤੇ ਉਹ ਆਪ ਪਾਣੀ ਘਰਾਂ 'ਚ ਭਰਦੇ ਸੀ ਅੱਛਾ, ਮਸ਼ਕਾਂ ਨਾਲ। ਮਸ਼ਕਾਂ ਨਾਲ ਪਾਣੀ ਭਰਦੇ ਸੀ। ਕਈ ਜਿਹੜੇ ਮਾੜੇ ਸੀ ਉਹ ਆਪ ਢੋ ਲੈਂਦੇ। ਅੱਛਾ, ਅੱਛਾ, ਇਹ ਜਿਹੜੇ ਮਾਝੀ ਸੱਕੇ ਉਸ ਵੇਲੇ ਪਾਣੀ ਢੋਂਦੇ ਸੀ, ਇਹ ਤੁਹਾਡੇ ਕੋਲੋਂ ਕੋਈ ਇਹਦੇ ਪੈਸੇ ਲੈਂਦੇ ਸੀ ਕਿ ਲੈਂਦੇ ਸੀ। ਕਿੰਨੇ ਪੈਸੇ ਲੈਂਦੇ ਸੀ ਉਸ ਵੇਲੇ? ਦਾਣੇ ਲੈਂਦੇ ਸੀ, ਭਰੀਆਂ ਲੈਂਦੇ। ਅੱਛਾ, ਭਰੀਆਂ ਦਾਣੇ ਕਣਕਾਂ ਦੇ, ਜਦੋਂ ਕਣਕ ਵਢਾਈ ਹੁੰਦੀ ਸੀ ਉਸ ਟਾਈਮ ਦੇ ਵਿੱਚ ਭਰੀਆਂ ਲੈਂਦੇ। ਅੱਛਾ ਰੋਟੀ ਰੋਜ਼ ਲੈਂਦੇ। ਅੱਛਾ, ਰੋਜ਼ ਹੀ ਰੋਟੀ ਲੈ ਕੇ ਜਾਣੀ। ਇਹ ਘਰਾਂ ਦੇ ਵਿੱਚ ਆਪਣੀ ਆਪਣੀ ਉਹ ਰੋਜ਼ ਇੱਕ, ਕਦੀ ਕਿਸੇ ਘਰੋਂ, ਕਦੀ ਇਸ ਤਰ੍ਹਾਂ ਹੁੰਦਾ ਜਾਂ ਇੱਕ ਘਰ ਹੀ ਲੱਗੇ? ਹਾਂਜੀ। ਰੋਜ਼ ਰੋਟੀ ਇੱਕ ਘਰ ਤੋਂ ਲੈ ਇੱਕ ਘਰ ਤੋਂ ਰੋਟੀ ਲੈ। ਅੱਛਾ, ਇੱਕ ਇੱਕ ਰੋਟੀ ਲੈ ਕੇ ਜਾਣੀ, ਸਾਲਨ ਵੀ ਲੈ ਕੇ ਜਾਣਾ, ਖੁਦ ਘਰ ਨਹੀਂ ਸੀ ਪਕਾਉਂਦੇ? ਅੱਛਾ, ਅਤੇ ਜਿਹੜੇ ਮਾੜੇ ਬੰਦੇ ਸੀ, ਮਸਲਨ ਕਿ ਉਹ ਇਹਨਾਂ ਨੂੰ ਇਜਾਜ਼ਤ ਨਹੀਂ ਸੀ ਦੇ ਸਕਦੇ। ਅੱਛਾ, ਇਹ ਦੱਸੋ ਕਿ ਤੁਸੀਂ ਇੱਕ ਘੜੇ ਦੀ ਕਿੰਨੀ ਕੀਮਤ ਇੱਕ ਅਦਾ ਕਰਦੇ ਹੋ ਉਸ ਵੇਲੇ ਪਾਣੀ ਦੀ, ਜਾਂ ਕੀ? ਕੋਈ ਨਹੀਂ ਰੇਡੀ। ਅੱਛਾ, ਮਾੜਾ ਮੋਟਾ ਹੀ ਗੁਜ਼ਾਰਾ ਸੀ। 10 ਰੁਪਏ। ਅੱਛਾ ਅੱਛਾ, ਅਤੇ ਉਸ ਵੇਲੇ ਦੁਕਾਨ ਵੀ ਇੱਥੇ ਕੋਈ ਮੌਜੂਦ ਨਹੀਂ ਸੀ। ਖਾਣ ਪੀਣ ਦਾ ਕੀ ਨਿਜ਼ਾਮ ਸੀ? ਕਿਸ ਤਰ੍ਹਾਂ ਮਤਲਬ? ਬਸ ਖਾਣ ਪੀਣ ਦਾ ਤਾਂ ਖਰਾਸ ਹੁੰਦੀ ਸੀ। ਅੱਛਾ, ਉਹ ਜੋ ਨੇ ਕੀ ਸ਼ਾਇਦ ਜੀ? ਖਰਾਸ। ਆਟਾ ਪੀਣ ਵਾਲੇ। ਅੱਛਾ ਅੱਛਾ, ਆਟਾ ਪੀਣ ਵਾਲੇ। ਜੋ ਕੇ ਆਟਾ ਪੀ ਲੈਣਾ, ਅੱਛਾ। ਕਣਕ ਪੀ ਲੈਣਾ, ਅੱਛਾ ਜੀ, ਆਟਾ ਬਣਾ ਲੈਣਾ। ਸਹੀ ਹੋ ਪਕਾ ਕੇ ਖਾ। ਠੀਕ ਹੋ ਗਿਆ, ਠੀਕ ਹੋ ਗਿਆ। ਕਈਆਂ ਮਾਈਆਂ ਦੀਆਂ ਚੱਕੀਆਂ ਹੁੰਦੀਆਂ ਸੀ ਘਰ 'ਚ ਲੈ ਕੇ। ਅੱਛਾ ਅੱਛਾ, ਉਹ ਹੱਥ ਚੱਕੀਆਂ। ਨਾਲ ਗੇੜ ਲੈਂਦੇ। ਸਹੀ ਹੋ ਗਿਆ, ਸਹੀ। ਅੱਛਾ, ਇਹ ਉਸ ਵੇਲੇ ਇਹ ਕੋਈ ਯਾਦ ਆ ਘਿਓ ਕਿੰਨੇ ਰੁਪਈਏ ਘਿਓ ਹੁੰਦਾ ਸੀ? ਦੇਸੀ ਨੀਮਤ ਕਿਵੇਂ ਲੈ ਗਿਆ? 2.5 ਰੁਪਏ। ਅੱਛਾ, 3 ਰੁਪਈਏ। ਅਤੇ ਕਿਹੜਾ ਘਿਓ ਹੁੰਦਾ ਸੀ? ਦੇਸੀ। ਦੇਸੀ ਘਿਓ। ਮੱਝਾਂ ਆ ਦਾ। ਦੂਸਰਾ ਕੋਈ ਨਹੀਂ, ਨੀਮਤ ਜਾਂ ਕੁਕਿੰਗ ਵਾਲਾ ਜਿਹੜੀ ਡਾਲਟਾ ਨਹੀਂ ਸੀ, ਮੱਝਾਂ ਅੱਛਾ, ਦਾ। ਡਾਲਟਾ ਕੋਈ ਨਹੀਂ, ਮੱਝਾਂ ਦਾ ਹੀ ਸੀ। ਅਤੇ ਇੰਨੇ ਲੋਕ ਮੱਝਾਂ ਦਾ ਕਿਵੇਂ? ਮੱਝਾਂ ਕੋਈ ਆਮ ਹੁੰਦੀਆਂ ਸੀ, ਜ਼ਿਆਦਾ ਹੁੰਦੀਆਂ? ਅੱਛਾ, ਹਰ ਘਰ ਹੀ ਸੀ। ਦੁੱਧ ਹੀ ਬੜਾ ਦਿੰਦੀ, ਘਿਓ ਹੀ ਬੜਾ। ਘਿਓ ਵੀ, ਦੁੱਧ ਵੀ ਆਮ ਹੁੰਦਾ ਸੀ। ਅੱਛਾ, ਅਤੇ ਜੇ ਕਿਸੇ ਨੂੰ ਲੋੜ, ਜਿਨ੍ਹਾਂ ਦੇ ਘਰ ਨਹੀਂ ਸੀ, ਜੇ ਕਿਸੇ ਨੂੰ ਲੋੜ ਪੈ ਜਾਣੀ ਫਿਰ ਕਿਵੇਂ ਲੈ ਕੇ ਆਉਂਦੇ ਸੀ ਉਹ? ਮੁੱਲ ਲੈ ਲੈਂਦੇ। ਅੱਛਾ ਅੱਛਾ ਅੱਛਾ, ਅਤੇ ਜਦੋਂ ਕੋਈ ਤੁਹਾਨੂੰ ਚੀਨੀ ਗੁੜ ਦੀ ਇਹ ਲੋੜ ਪੈਂਦੀ ਫਿਰ ਕਿਵੇਂ? ਦੁਕਾਨ ਤੋਂ ਕਿੰਨੇ ਰੁਪਈਏ ਕਿਲੋ ਸੀ ਇਹ ਵੀ ਦੱਸੋ? ਗੁੜ ਜਿਹੜਾ 2.5 ਰੁਪਏ ਕਿਲੋ। 2-2.5 ਰੁਪਏ ਕਿਲੋ। ਠੀਕ ਹੋ ਗਿਆ। ਚੀਨੀ ਵੀ ਇੱਥੇ ਸਾਲ। ਅੱਛਾ ਜੀ, ਇਹ ਆਮ ਮਿਲ ਜਾਂਦੀ ਸੀ ਦੁਕਾਨਾਂ ਤੋਂ? ਸਹੀ ਹੋ ਗਿਆ। ਜਦੋਂ ਤੁਸੀਂ ਇੱਥੇ ਆ ਕੇ ਬੈਠੇ ਆ, ਇੱਥੇ ਕੋਈ ਸਿੱਖਾਂ ਦਾ ਗੁਰਦੁਆਰਾ, ਕੋਈ ਹਿੰਦੂਆਂ ਦਾ ਮੰਦਿਰ ਮੌਜੂਦ ਸੀ? ਹਾਂ, ਗੁਰਦੁਆਰਾ ਹੈਗਾ ਜੀ। ਕਿੱਥੇ ਸੀ ਗੁਰਦੁਆਰਾ ਜੀ? ਜਿੱਥੇ ਉਹ ਦੁਕਾਨਾਂ ਬਣੀਆਂ ਹੁੰਦੀਆਂ ਨੇ ਘਰ ਦੇ ਨਾਲ। ਅੱਛਾ ਅੱਛਾ, ਇਹ ਚੌਕ ਦੇ ਵਿੱਚ? ਹਾਂ, ਜਿੱਥੇ ਕਿ ਮਸਜਿਦ ਵਾਲੇ। ਮਸਜਿਦ ਵਾਲੇ ਚੌਕ ਦੇ ਵਿੱਚ? ਹਾਂ, ਅੱਛਾ ਅੱਛਾ ਉੱਥੇ ਦੁਕਾਨਾਂ ਬਣੀਆਂ। ਅੱਛਾ, ਉੱਥੇ ਸਿੱਖ ਆਪਣੀ ਇਬਾਦਤ ਕਰਦੇ ਸੀ ਉੱਥੇ ਜਾ ਕੇ। ਖੂਹ ਕਿੱਥੇ ਸੀ ਇਹ ਦੱਸੋ? ਨਿਸ਼ਾਨ। ਚੌਕ ਦੇ ਵਿੱਚ। ਅੱਛਾ, ਚੌਕ ਦੇ ਵਿੱਚ ਸੀ। ਢੱਗਾ ਜਾਂਦੇ ਸੀ, ਝੋਟੀਆਂ ਅੱਛਾ ਜੀ, ਉਹ ਗੇੜਦੀਆਂ ਪਾਣੀ ਭਰਦੀਆਂ। ਢੱਗੇ ਨਾਲ ਝੋਟੀਆਂ ਨਾਲ ਉਹ ਗੇੜਦੀ ਸੀ ਇਸ ਤਰ੍ਹਾਂ ਕਰਕੇ, ਅਤੇ ਫਿਰ ਉਹ ਪਾਣੀ ਨਿਕਲਦਾ ਸੀ। ਅੱਛਾ, ਨਹਾਉਣ ਦਾ ਕੀ? ਨਹਾਉਣ ਉਦੋਂ ਘਰਾਂ ਵਿੱਚ ਬਿਜਲੀ ਨਹੀਂ ਸੀ ਹੁੰਦੀ, ਅਤੇ ਕਿੱਦਾਂ ਕੱਪੜੇ ਧੋਣੇ? ਨਹਾਉਣ ਦਾ ਕੀ? ਨਹਾ ਲੈਂਦੇ ਟੂਟੀ ਤੇ। ਉੱਥੇ ਹੀ? ਕਈ ਮਸੀਤੇ ਨਹਾ ਲੈਂਦੇ। ਅੱਛਾ ਅੱਛਾ, ਉੱਥੇ ਨਿਜ਼ਾਮ ਜਿਹੜਾ ਉਹ ਖੂਹ ਦੇ ਕੋਲ ਬਣਿਆ ਹੋਇਆ ਸੀ ਨਿਜ਼ਾਮ, ਉੱਥੇ ਨਹਾ ਲੈਂਦੇ ਸੀ? ਅੱਛਾ ਅੱਛਾ ਕਈ ਮਸੀਤੇ ਨਹਾ ਲੈਂਦੇ। ਅੱਛਾ। ਬੋਕਾ ਨਾ ਕਰ। ਅੱਛਾ, ਬੋਕੇ ਨਾਲ ਕੱਢ ਕੇ ਮਸੀਤ ਉਦੋਂ ਵੀ ਮੌਜੂਦ ਸੀ? ਉਦੋਂ ਹੈ ਸੀ ਉੱਥੇ?
ਇਸੇ ਜਗ੍ਹਾ 'ਤੇ ਜਿੱਥੇ ਹੁਣ ਬਣੀ ਹੋਈ ਹੈ ਚੌਕ ਦੇ ਵਿੱਚ ਆ ਕੱਚੀ ਬਾਜੀ ਕੱਚੀ ਮਸਜਿਦ ਸੀ। ਅੱਛਾ ਅੱਛਾ ਅੱਛਾ, ਕੱਚੀ ਸੀ ਉਦੋਂ, ਅਤੇ ਗੁਰਦੁਆਰਾ ਵੀ ਲਾਗੇ ਸੀ ਅਤੇ ਮਸੀਤ ਵੀ। ਉਦੋਂ ਕੋਈ ਸਿੱਖ। ਅੱਛਾ ਬਾਬਾ ਜੀ, ਇਹ ਗੱਲ ਦੱਸੋ ਕਿ ਇਹ ਤੁਹਾਨੂੰ ਤੁਹਾਡੇ ਵਾਲਦ ਸਾਹਿਬ ਨੇ ਇਹ ਗੱਲ ਤਾਂ ਦੱਸੀ ਹੋਊਗੀ ਕਿ ਘਰ ਕਿੱਥੇ ਕੁ ਸੀ ਜਾਂ ਕਿਵੇਂ, ਕੋਈ ਨਿਸ਼ਾਨੀ ਯਾਦ ਆ ਤੁਹਾਨੂੰ ਉਹਦੀ ਕਾਹਦੀ ਘਰ ਦੀ? ਨੇ ਅੱਬੂ ਦਾ ਦੱਸਦਾ ਰਿਹਾ, ਅੱਛਾ ਬਸ ਇੰਨਾ ਹੀ ਦੱਸਦਾ ਰਿਹਾ ਵੀ ਆਪਣੇ ਘਰ ਦੇ ਵਿੱਚ ਅੰਬਾਂ ਦਾ ਬੂਟਾ ਸੀ। ਅੱਛਾ, ਅੰਬਾਂ ਦਾ ਬੂਟਾ ਸੀ। ਅੰਬ ਕਿੰਨਾ ਕੁ ਸੀ, ਕਿੱਡਾ ਕੁ ਵੱਡਾ, ਛੋਟਾ? ਵੱਡਾ ਸਾਰਾ ਸੀ, ਅੰਬ ਬੜੇ ਲੱਗਦੇ। ਅੱਛਾ ਅੱਛਾ, ਤੁਹਾਡੇ ਪਿੰਡ ਦੇ ਵਿੱਚ ਕੋਈ ਗੁਰਦੁਆਰਾ, ਕੋਈ ਮਸੀਤ ਮੁਸਲਮਾਨਾਂ ਵਾਸਤੇ, ਕੋਈ ਸਿੱਖਾਂ ਦਾ ਗੁਰਦੁਆਰਾ, ਇਸ ਤਰ੍ਹਾਂ ਕੋਈ ਹਿੰਦੂਆਂ ਦਾ ਮੰਦਿਰ ਹੈ ਸੀ ਕੋਈ, ਤੁਹਾਨੂੰ ਦੱਸਿਆ? ਇਸ ਗੱਲ ਦਾ ਨਹੀਂ ਪਤਾ। ਅੱਛਾ, ਇਸ ਗੱਲ ਦਾ ਨਹੀਂ ਪਤਾ। ਇਹ ਅੱਬੇ ਹੋਣਾ ਅੱਛਾ, ਤੁਹਾਡੇ ਅੱਬੇ ਹੋਣੀ ਇਕੱਲੇ ਭਰਾ ਸੀ ਅਤੇ ਭੈਣਾਂ ਕਿੰਨੀਆਂ ਸੀ? ਭੈਣ ਕੋਈ ਭੈਣ ਕੋਈ ਨਹੀਂ ਸੀ। ਨਹੀਂ, ਦੋ ਭੈਣਾਂ ਸੀ, ਅੱਛਾ ਅੱਛਾ, ਦੋ ਭੈਣਾਂ। ਨਜ਼ੀਰਾਂ ਤੇ ਬਸ਼ੀਰਾਂ। ਅੱਛਾ, ਕੀ ਨਾਮ ਸੀ ਉਹਨਾਂ ਦੇ? ਨਜ਼ੀਰਾਂ ਤੇ ਬਸ਼ੀਰਾਂ। ਨਜ਼ੀਰਾਂ ਅਤੇ ਬਸ਼ੀਰਾਂ। ਅੱਛਾ, ਉਹ ਤੁਹਾਡੇ ਵਾਲਦ ਸਾਹਿਬ ਤੋਂ ਵੱਡੀਆਂ ਸੀ ਕਿ ਛੋਟੀਆਂ ਸੀ? ਇੱਕ ਨਜ਼ੀਰਾਂ ਤੇ ਵੱਡੀ ਸੀ। ਅੱਛਾ, ਨਜ਼ੀਰਾਂ ਵੱਡੀ ਸੀ, ਹਾਂ, ਬਸ਼ੀਰਾਂ ਉਹ ਛੋਟੀ ਮੇਰੀ ਛੋਟੀ ਸੀ। ਸਹੀ ਹੋ ਗਿਆ। ਅੱਛਾ, ਉਹ ਕਿਦੋਂ ਕਦੀਆਂ ਅੱਲਾ ਦੇ ਕੋਲ ਗਈਆਂ, ਰੁਖਸਤ ਹੋਈਆਂ ਕਿਦੋਂ ਅੱਲਾਹ ਤਾਲਾ ਨੇ? ਬਸ਼ੀਰਾਂ ਤੇ ਹੁਣ ਹੀ ਹੋ ਗਏ 3-4 ਸਾਲ। ਅੱਛਾ ਜੀ, ਇਹ ਵੱਡੀ ਜਿਹੜੀ ਆ ਹਾਂਜੀ, ਉਹਦਾ ਨਹੀਂ ਸਾਨੂੰ ਪਤਾ। ਸਹੀ ਹੋ ਗਿਆ। ਅੱਛਾ, ਤੁਹਾਨੂੰ ਪਿੰਡ ਦੀ ਯਾਦ ਤੇ ਆਉਂਦੀ ਹੋਣੀ ਜ਼ਾਹਰ, ਜਿੱਥੇ ਬੱਚਾ ਗਲੀਆਂ 'ਚ ਖੇਲਿਆ ਹੋਵੇ ਉੱਥੇ ਬੰਦੇ ਨੂੰ ਯਾਦ ਬੜੀ ਆਉਂਦੀ। ਬੜੀ ਯਾਦ। ਅੱਛਾ, ਅਗਰ ਤੁਹਾਨੂੰ ਉਸ ਚੱਕ ਦੇ ਵਿੱਚ ਛੱਡ ਦਿੱਤਾ ਜਾਵੇ ਜਾ ਕੇ, ਉਸ ਚੱਕ ਦੀ ਨੁੱਕਰ 'ਤੇ ਤੁਸੀਂ ਆਪਣਾ ਘਰ ਲੱਭ ਲਓਗੇ? ਅੱਛਾ, ਨਿਸ਼ਾਨੀ ਤੁਹਾਡੇ ਵਾਲਦ ਸਾਹਿਬ ਨੇ ਬਸ ਦੱਸੀ ਆ। ਬੱਚੇ ਸਾਂ, ਅੱਛਾ, ਤੁਹਾਡਾ ਦਿਲ ਕਰਦਾ ਵੈਸੇ ਦੇਖਣ ਨੂੰ ਉਹ ਘਰ? ਦਿਲ ਕਰ, ਅੱਛਾ, ਕਿੰਨਾ ਕੁ ਦਿਲ ਕਰਦਾ, ਮਤਲਬ ਕਿ? ਬੜਾ ਦਿਲ। ਬੜਾ ਦਿਲ ਕਰਦਾ। ਬਜ਼ੁਰਗਾਂ ਦਾ ਬਹੁਤ ਹੀ ਦਿਲ ਕਰਦਾ ਕਿ ਅਸੀਂ ਉਹ ਆਪਣਾ ਪੁਰਾਣਾ ਜਿਹੜਾ ਬਚਪਨ 'ਚ ਜਿੱਥੇ ਅਸੀਂ ਖੇਡਦੇ ਰਹੇ ਹਾਂ ਉਹ ਘਰ ਵੇਖੀਏ। ਹੁਣ 5-6 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਕੋਈ ਸ਼ੈ ਨਹੀਂ ਯਾਦ ਰਹਿੰਦੀ, ਚਾਹੇ ਜਿਤਨਾ ਮਰਜ਼ੀ ਕੋਈ ਜ਼ੁਲਮ ਹੋਇਆ ਹੋਵੇ, ਕਿਉਂਕਿ ਬੱਚਾ ਨਾਦਾਨ ਹੁੰਦਾ ਵਾ, ਇਹ ਛੋਟੀ ਜਿਹੀ ਉਮਰ ਹੁੰਦੀ ਆ। ਅੱਛਾ ਬਾਬਾ ਜੀ, ਦੁਬਾਰਾ ਆਪਣੇ ਪਿੰਡ ਦਾ ਨਾਂ ਸਾਰਾ ਦੱਸ ਦਿਓ, ਕਿਉਂਕਿ ਮੈਂ ਉੱਥੋਂ ਦੇ ਵਸਣ ਵਾਲੇ ਲੋਕਾਂ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਅਗਰ ਕੋਈ ਇਸ ਵੀਡੀਓ ਨੂੰ ਵੇਖਦਾ ਪਿਆ ਵਾ ਅਤੇ ਬਜ਼ੁਰਗਾਂ ਨੇ ਆਪਣਾ ਪਿੰਡ ਵੇਖਣਾ ਵਾ, ਅਤੇ ਇਸ ਨੰਬਰ 'ਤੇ ਜਾਂ ਇਸ ਕਮੈਂਟ ਕਰਕੇ ਮੈਨੂੰ ਦੱਸਿਓ, ਤਾਂ ਕਿ ਮੈਂ ਬਜ਼ੁਰਗਾਂ ਨੂੰ, ਉਹਨਾਂ ਨੂੰ ਉਹੀ ਬਚਪਨ ਦੀ ਯਾਦ ਤਾਜ਼ਾ ਕਰਾ ਦੇਵਾਂ, ਉਹਨਾਂ ਨੂੰ ਉਹ ਪਿੰਡ ਵਿਖਾ ਦੇਵਾਂ। ਦੁਬਾਰਾ ਦੱਸੋ ਆਪਣਾ, ਤੁਹਾਡਾ ਪਿੰਡ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਅੱਛਾ, ਤਹਿਸੀਲ ਬਟਾਲਾ। ਤਹਿਸੀਲ ਬਟਾਲਾ। ਪਿੰਡ ਫੈਜ਼ਪੁਰਾ। ਪਿੰਡ ਫੈਜ਼ਪੁਰਾ, ਠੀਕ ਹੋ ਗਿਆ। ਅਤੇ ਘਰ ਦੇ ਵਿੱਚ ਵੱਡਾ ਸਾਰਾ ਇੱਕ ਅੰਬਾਂ ਦਾ ਅੰਬਾਂ ਦਾ ਬੂਟਾ ਸੀ, ਠੀਕ ਹੋ ਗਿਆ। ਅਤੇ ਤੁਹਾਡੇ ਵਾਲਦ ਸਾਹਿਬ ਅੱਬਾ ਜਾਨ ਇਕੱਲੇ ਭਰਾ ਸੀ, ਐਵੇਂ ਗੱਲ ਆ ਜੀ? ਉਹਨਾਂ ਦਾ ਨਾਮ ਕੀ ਸੀ? ਨਜ਼ੀਰ ਅਹਿਮਦ। ਨਜ਼ੀਰ ਅਹਿਮਦ, ਠੀਕ ਹੋ। ਅੱਛਾ, ਤੁਹਾਡੇ ਦਾਦਾ ਅੱਬੂ ਦਾ ਨਾਮ ਕੀ ਸੀ? ਉਹ ਕੀ? ਫੱਜਾ ਆਂਦੇ। ਫੱਜਾ ਆਂਦੇ ਸੀ, ਠੀਕ ਹੋ ਗਿਆ। ਉਹ ਉੱਥੇ ਫੌਤ ਹੋ ਗਏ ਸੀ ਕਿ ਪਾਕਿਸਤਾਨ ਦੇ ਵਿੱਚ? ਅੱਛਾ, ਦਾਦੀ ਵੀ ਤੁਹਾਡੀ ਉੱਥੇ ਫੌਤ ਹੋ ਗਈ ਸੀ? ਦਾਦੀ ਇੱਧਰ ਹੋ ਗਈ, ਠੀਕ ਹੋ ਗਿਆ। ਅੱਛਾ ਜੀ, ਇਹ ਬਾਬਾ ਨਵਾਜ਼ ਅਹਿਮਦ ਅਰਾਈ ਚੱਕ ਨੰਬਰ 205 ਈਬੀ ਦੇ ਵਿੱਚ ਰਹਿੰਦੇ ਆ ਇਸ ਟਾਈਮ, ਅਤੇ ਇਹ ਇਹਨਾਂ ਦਾ ਘਰ ਆ। ਦੇਖੋ ਜੀ, ਤਹਿਸੀਲ ਆਰਿਫਵਾਲਾ, ਜ਼ਿਲ੍ਹਾ ਪਾਕਪਤਨ, ਚੱਕ ਨੰਬਰ 205 ਈਬੀ ਦੇ ਵਿੱਚ ਬਾਬਾ ਨਵਾਜ਼ ਅਰਾਈ ਇਹਨਾਂ ਦਾ ਘਰ ਆ। ਅਗਰ ਕੋਈ ਉੱਧਰਲੀ ਤਰਫੋਂ ਇਹ ਵੀਡੀਓ ਨੂੰ ਦੇਖ ਰਿਹਾ, ਇਸ ਸਾਡੇ ਪਿਓਰ ਪੰਜਾਬ YouTube ਚੈਨਲ ਨੂੰ ਦੇਖ ਰਿਹਾ ਵਾ, ਅਤੇ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਬਜ਼ੁਰਗ ਇਸ ਟਾਈਮ ਜਿਹੜੇ ਉਸ ਪਿੰਡ ਦੇ ਵਿੱਚ ਵਸਣ ਵਾਲੇ ਆ, ਉਹ ਦੱਸਣ ਕਿ ਇਹ ਬਜ਼ੁਰਗ ਸਾਡੇ ਪਿੰਡ ਦੇ ਆ, ਤਾਂ ਕਿ ਮੈਂ ਬਜ਼ੁਰਗਾਂ ਨੂੰ ਉਸ ਚੱਕ ਦਾ ਵਿਊ ਕਰਵਾ ਕੇ ਇਹਨਾਂ ਦਾ ਦਿਲ, ਇਹਨਾਂ ਦੀ ਤਾਜ਼ਾ ਯਾਦ, ਉਹੀ ਪੁਰਾਣੀ ਬਚਪਨ ਦੀ ਯਾਦ ਤਾਜ਼ਾ ਕਰਾ ਸਕਾਂ। ਪਿਓਰ ਪੰਜਾਬ YouTube ਦੇਖਣ ਵਾਲੇ ਸਾਰੇ ਵੀਰਾਂ ਦਾ ਸ਼ੁਕਰੀਆ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਇਸ ਚੈਨਲ ਨੂੰ ਫੋਲੋ ਕਰੋ, ਲੋਕਾਂ ਤੱਕ ਪਹੁੰਚਾਓ, ਕਿਉਂਕਿ ਅਸੀਂ ਉਹਨਾਂ ਬਜ਼ੁਰਗਾਂ ਦੀ ਜਿਹੜੇ 1947 ਦੇ ਵੇਲੇ, ਪਾਰਟੀਸ਼ਨ ਵੇਲੇ ਇੱਧਰ ਆ ਗਏ, ਉਹਨਾਂ ਦੀਆਂ ਵੀਡੀਓ ਤੁਹਾਨੂੰ ਸ਼ੇਅਰ ਕਰਦੇ ਰਹਿੰਦੇ ਹਾਂ। ਅਤੇ ਇਸ ਦੇ ਨਾਲ ਬਹੁਤ ਬਹੁਤ ਸ਼ੁਕਰੀਆ। ਰੱਬ ਰਾਖਾ।